ਸੰਗਤ ਜੀਓ, ਆਪ ਜੀ ਜਾਣਦੇ ਹੀ ਹੋ ਸਿੱਖ ਰਹਿਤ ਮਰਿਆਦਾ ਦੀ ਵਿਆਖਿਆ ਆਪਾਂ ਸਾਂਝੀ ਕਰਦੇ ਆ ਰਹੇ ਹਾਂ। ਪਿਛਲੇ ਹਿੱਸੇ ਵਿੱਚ ਆਪਾਂ ਗੱਲ ਕਰਕੇ ਆਏ ਹਾਂ ਪੰਥਕ ਰਹਿਣੀ ਦੇ ਅੰਤਰਗਤ ਅੰਮ੍ਰਿਤ ਸੰਚਾਰ, ਜੋ ਦੂਜਾ ਪੁਆਇੰਟ ਹੈਗਾ ਪੰਥਕ ਰਹਿਣੀ ਦੇ ਵਿੱਚ। ਪਹਿਲਾ ਪੁਆਇੰਟ ਗੁਰੂ ਪੰਥ ਆਪ ਜੀ ਨੇ ਸੁਣਿਆ ਸੀ, ਫਿਰ ਆਪਾਂ ਅੰਮ੍ਰਿਤ ਸੰਸਕਾਰ ਦੀ ਗੱਲ ਕੀਤੀ ਬਈ ਕਿਵੇਂ ਅੰਮ੍ਰਿਤ ਸੰਸਕਾਰ ਸਿੱਖ ਧਰਮ ਦੇ ਵਿੱਚ ਨਿਭਾਇਆ ਜਾਂਦਾ ਆ, ਤੇ ਹਰ ਕੋਈ ਇਨਸਾਨ ਅੰਮ੍ਰਿਤਧਾਰੀ ਹੋ ਸਕਦਾ ਆ ਆਪਣੀ ਇੱਛਾ ਦੇ ਨਾਲ, ਆਪਣੀ ਮਰਜ਼ੀ ਦੇ ਨਾਲ। ਕਿਸੇ ਉੱਪਰ ਧੱਕੇ ਦੇ ਨਾਲ ਇਹ ਧਰਮ ਥੋਪਿਆ ਨਹੀਂ ਜਾਂਦਾ, ਮਨੁੱਖਤਾ ਨੂੰ ਆਜ਼ਾਦੀ ਪ੍ਰਦਾਨ ਕਰਦਾ ਆ। ਇਸ ਲਈ ਹਰ ਕੋਈ ਆਪਣੀ ਇੱਛਾ ਦੇ ਨਾਲ, ਭਾਵੇਂ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਦੇਸ਼ ਦਾ ਹੋਵੇ, ਕਿਸੇ ਵੀ ਜਾਤੀ ਦਾ ਹੋਵੇ, ਕਿਤੋਂ ਦਾ ਵੀ ਰਹਿਣ ਵਾਲਾ ਹੋਵੇ, ਉਹ ਆਪਣੀ ਮਰਜ਼ੀ ਦੇ ਨਾਲ ਸਿੱਖ ਧਰਮ ਦੇ ਵਿੱਚ ਸ਼ਾਮਲ ਹੋ ਸਕਦਾ ਆ। ਤੇ ਇਹ ਗੱਲਾਂ ਬਾਤਾਂ ਆਪਾਂ ਕੀਤੀਆਂ ਸਨ। ਅੱਗੇ ਇਹੋ ਹੀ ਵਿਸ਼ਾ ਕੰਟੀਨਿਊ ਰਹਿਣਾ ਆ ਇਸ ਹਿੱਸੇ ਦੇ ਵਿੱਚ ਵੀ, ਕਿਉਂਕਿ ਇਹ ਕਾਫੀ ਲੰਮਾ ਵਿਸ਼ਾ ਹੈਗਾ। ਖੱਖਾ ਨੰਬਰ ਪੁਆਇੰਟ ਤੱਕ ਆਪਾਂ ਗੱਲ ਕੀਤੀ ਸੀ, ਹੁਣ ਗੱਗਾ ਨੰਬਰ ਪੁਆਇੰਟ ਤੋਂ ਆਪਾਂ ਗੱਲ ਸ਼ੁਰੂ ਅੱਗੇ ਕਰਦੇ ਹਾਂ। ਮੈਂ ਜਸਵਿੰਦਰ ਸਿੰਘ, ਤੁਸੀਂ ਵੇਖ ਰਹੇ ਹੋ YouTube ਚੈਨਲ ਜਸਵਿੰਦਰ ਸਿੰਘ ਬਟਰੁੱਖਾਂ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਅਸੀਂ ਕੀਤਾ ਆ, ਸਿੱਖ ਰਹਿਤ ਮਰਿਆਦਾ ਜੋ ਸਾਡੇ ਪੁਰਖਿਆਂ ਨੇ ਤਿਆਰ ਕੀਤੀ, ਉਸ ਨੂੰ ਘਰ ਘਰ ਤੱਕ ਪਹੁੰਚਾਇਆ ਜਾਵੇ। ਕਿਉਂਕਿ ਰਹਿਤ ਮਰਿਆਦਾ, ਪੰਥ ਪ੍ਰਵਾਨਿਤ ਰਹਿਤ ਮਰਿਆਦਾ ਅਕਾਲ ਤਖਤ ਸਾਹਿਬ ਦੇ ਯਤਨਾਂ ਨਾਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪ ਕੇ ਵੰਡੀ ਜਾ ਰਹੀ ਹੈ। ਦੇਸ਼ ਤੇ ਵਿਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਗੁਰਦੁਆਰਿਆਂ ਤੱਕ ਇਸ ਨੂੰ ਅਪਣਾਇਆ ਜਾਂਦਾ ਆ। ਕਈ ਥਾਵਾਂ ਤੇ ਪਹੁੰਚ ਵੀ ਜਾਂਦੀ ਹੈ, ਕਈ ਥਾਵਾਂ ਤੇ ਨਹੀਂ ਵੀ ਪਹੁੰਚਦੀ। ਕਈ ਇਸ ਤੋਂ ਵਾਕਫ ਹਨ ਤੇ ਕਈ ਨਹੀਂ ਵੀ ਹਨ। ਸੋ ਸਾਡੀ ਕੋਸ਼ਿਸ਼ ਹੈ ਵੀ ਹਰ ਕੋਈ ਇਸ ਤੋਂ ਲਾਹਾ ਲਵੇ, ਬੈਠ ਕੇ ਸੁਣੇ, ਸਮਝੇ, ਵਿਚਾਰ ਕਰੇ। ਸੋ ਆਓ ਆਪਾਂ ਫਤਿਹ ਦੀ ਸਾਂਝ ਪਾ ਕੇ ਗੱਲ ਸ਼ੁਰੂ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਗਾ ਨੰਬਰ ਪੁਆਇੰਟ ਤੱਕ ਆਪਾਂ ਤੋਂ ਗੱਲ ਸ਼ੁਰੂ ਕਰਨੀ ਹੈ। ਖੱਖਾ ਨੰਬਰ ਪੁਆਇੰਟ ਵਿੱਚ ਆਪਾਂ ਸਮਝਿਆ ਸੀ ਬਈ ਜਦੋਂ ਪੰਜ ਪਿਆਰੇ ਸਾਹਿਬਾਨ ਵਿੱਚੋਂ ਕੋਈ ਇੱਕ ਸਿੰਘ ਸਿੱਖ ਧਰਮ ਦੇ ਜੋ ਸਿਧਾਂਤ ਹਨ ਉਹਨਾਂ ਦੀ ਮੁੱਢਲੀ ਜਾਣਕਾਰੀ ਸੰਗਤ ਨੂੰ ਦੇਵੇ ਤੇ ਦੱਸੇ, ਭਾਈ ਜਿਸ ਧਰਮ ਦੇ ਵਿੱਚ ਤੁਸੀਂ ਪ੍ਰਵੇਸ਼ ਕਰਨਾ ਆ ਉਹਦੀਆਂ ਇਹ ਮਨੌਤਾਂ ਨੇ, ਇਹ ਵਿਸ਼ਵਾਸ ਨੇ। ਤੇ ਸੰਗਤ ਜਦੋਂ ਹਾਂ ਦੇ ਵਿੱਚ ਜਵਾਬ ਦੇ ਦੇਵੇ, ਫਿਰ ਉਹਨਾਂ ਵਿੱਚੋਂ ਇੱਕ ਸਿੰਘ ਅੰਮ੍ਰਿਤ ਦੀ ਤਿਆਰੀ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਅਰਦਾਸਾ ਸੋਧੇ, ਹੁਕਮ ਲਿਆ ਜਾਏ। ਹੁਕਮ ਲੈਣ ਤੋਂ ਪਿੱਛੋਂ ਖੰਡੇ ਕੀ ਪਹੁਲ ਨੂੰ ਤਿਆਰ ਕਰਨਾ ਆਰੰਭ ਕੀਤਾ ਜਾਏ। ਹੁਣ ਗੱਗੇ ਨੰਬਰ ਪੁਆਇੰਟ ਦੇ ਅੰਤਰਗਤ ਲਿਖਿਆ ਹੈ, ਬਾਟਾ ਸਰਬ ਲੋਹ ਦਾ ਹੋਵੇ ਤੇ ਚੌਂਕੀ ਸੁਨਹਿਰੇ ਆਦਿ ਕਿਸੇ ਸਵੱਛ ਚੀਜ਼ ਪੁਰ ਰੱਖਿਆ ਜਾਵੇ। ਬਾਟਾ ਜਿਸ ਵਿੱਚ ਪਹੁਲ ਨੂੰ ਤਿਆਰ ਕਰਨਾ ਆ ਉਹ ਸਰਬ ਲੋਹ ਦਾ ਹੋਵੇ, ਉਹ ਕਿਸੇ ਹੋਰ ਧਾਤ, ਤਾਂਬਾ ਹੋਇਆ, ਪਿੱਤਲ ਹੋਇਆ, ਸੋਨਾ ਹੋਇਆ, ਚਾਂਦੀ ਹੋਇਆ ਇਤਿਆਦਿਕ ਦਾ ਨਹੀਂ ਹੋਣਾ ਚਾਹੀਦਾ, ਸਰਬ ਲੋਹ ਦਾ। ਕਿਉਂਕਿ ਉਹਨਾਂ ਸਮਿਆਂ 'ਚ ਜਿਸ ਵੇਲੇ ਗੁਰੂ ਸਾਹਿਬ ਜੀ ਨੇ ਤਿਆਰ ਕੀਤਾ ਸੀ ਖੰਡੇ ਕੀ ਪਹੁਲ, ਪੰਥ ਨੂੰ ਖੁਦ ਮੁਖਤਿਆਰੀ ਦਿੱਤੀ ਸੀ, ਉਹਨਾਂ ਸਮਿਆਂ 'ਚ ਸਰਬ ਲੋਹ ਦੇ ਭਾਂਡੇ ਆਮ ਲੋਕਾਂ ਤੱਕ ਉਪਲਬਧ ਹੋਇਆ ਕਰਦੇ ਸਨ, ਲੋਕੀ ਖਰੀਦ ਲੈਂਦੇ ਸਨ, ਬਹੁਤਾ ਮਹਿੰਗਾ ਨਹੀਂ ਹੁੰਦਾ। ਕਿਉਂਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਸਟੀਲ ਦੇ ਭਾਂਡੇ ਆਮ ਅਵੇਲੇਬਲ ਹਨ ਮਾਰਕੀਟ ਦੇ ਵਿੱਚ। ਜੇ ਕੋਈ ਹੋਰ ਧਾਤ ਹੋਵੇ, ਜਿੱਦਾਂ ਪਿੱਤਲ ਕਾਫੀ ਮਹਿੰਗਾ ਆ, ਇਹਦੇ ਮੁਕਾਬਲੇ ਤੇ ਚਾਂਦੀ, ਸੋਨਾ ਇਤਿਆਦਿਕ ਦੇ ਭਾਂਡੇ ਤੇ ਹਰ ਇੱਕ ਦੀ ਪਹੁੰਚ ਵਿੱਚ ਨਹੀਂ ਹਨ। ਚੰਦ ਪਰਿਵਾਰ ਕਿਸੇ ਇੱਕ ਮੁਲਕ ਵਿੱਚ ਹੋਣੇ ਆ ਜਿਹੜੇ ਉਹਨਾਂ ਮਹਿੰਗੀਆਂ ਧਾਤਾਂ ਦੇ ਭਾਂਡਿਆਂ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਉਹ ਵਰਤਦੇ ਹੋਣ। ਬਾਕੀ ਸਰਬ ਲੋਹ ਆ, ਇਹ ਹਰ ਇੱਕ ਦੀ ਪਹੁੰਚ ਵਿੱਚ ਹੈਗਾ। ਇਸ ਲਈ ਬਾਟਾ ਜੋ ਸਮੁੱਚਤਾ ਦਾ ਪ੍ਰਤੀਕ ਆ, ਜੋ ਸਮੂਹ ਦਾ ਪ੍ਰਤੀਕ ਆ, ਜੋ ਏਕਤਾ ਦਾ ਪ੍ਰਤੀਕ ਆ, ਜੋ ਗੁਰੂ ਦੀ ਰਹਿਤ ਨੂੰ ਆਪਣੇ ਅੰਦਰ ਟਿਕਾਣ ਦਾ ਪ੍ਰਤੀਕ ਆ, ਇਹ ਸਰਬ ਲੋਹ ਦਾ ਹੋਣਾ ਚਾਹੀਦਾ ਆ। ਭਾਵ ਸਾਰਿਆਂ ਤੱਕ ਇਸ ਦੀ ਪਹੁੰਚ ਸੌਖੀ ਹੋਵੇ, ਸੁਖੈਨ ਰੂਪ ਦੇ ਵਿੱਚ ਹੋਵੇ, ਕਿਸੇ ਹੋਰ ਧਾਤ ਦਾ ਇਹ ਨਾ ਹੋਵੇ। ਇਹਨੂੰ ਚੌਂਕੀ ਜਾਂ ਸੁਨਹਿਰੇ ਦੇ ਉੱਪਰ, ਸੁਨਹਿਰਾ ਕਹੀਏ, ਕੁੰਡਾ ਹੁੰਦਾ ਜਿਵੇਂ ਪੱਥਰ ਦਾ ਕੁੰਡਾ ਜਿਹਦੇ ਵਿੱਚ ਰਗੜਿਆ ਜਾਂਦਾ ਨਾ, ਮਾਈਆਂ ਦੀ ਰਸੋਈ ਦੇ ਵਿੱਚ ਹੋਇਆ ਕਰਦਾ ਕੁੰਡਾ, ਉਹ ਸਬਜ਼ੀ ਬਣਾਉਣ ਦੇ ਲਈ ਮਸਾਲਾ ਆਦਿ ਰਗੜਦੀਆਂ ਉਹਦੇ 'ਚ, ਉਹ ਕੁੰਡਾ ਹੋਵੇ, ਉਹਦੇ ਉੱਪਰ ਰੱਖਿਆ ਜਾਏ ਸੁਨਹਿਰਾ, ਜਾਂ ਫਿਰ ਕੋਈ ਚੌਂਕੀ ਹੋਵੇ ਸਵੱਛ, ਉਹਦੇ ਉੱਪਰ ਰੱਖਿਆ ਜਾਏ। ਘੱਗਾ ਬਾਟੇ ਵਿੱਚ ਸਵੱਛ ਜਲ ਤੇ ਪਤਾਸੇ ਪਾਏ ਜਾਣ ਤੇ ਪੰਜ ਪਿਆਰੇ ਬਾਟੇ ਦੇ ਇਰਦ ਗਿਰਦ ਵੀਰ ਆਸਣ ਹੋ ਕੇ ਬੈਠ ਜਾਣ। ਬਾਟੇ ਦੇ ਵਿੱਚ ਫਿਰ ਸੰਗਤ ਦੇ ਹਿਸਾਬ ਨਾਲ ਜਿੰਨੀ ਸੰਗਤ ਆ ਉਹਨਾਂ ਜਲ ਪਾ ਲਿਆ ਜਾਵੇ ਤੇ ਪਤਾਸੇ ਪਾ ਲਏ ਜਾਣ ਮਿਕਦਾਰ ਦੇ ਹਿਸਾਬ ਦੇ ਨਾਲ, ਤੇ ਫਿਰ ਪੰਜੇ ਪਿਆਰੇ ਬਾਟੇ ਦੇ ਇਰਦ ਗਿਰਦ ਵੀਰ ਆਸਣ ਹੋ ਕੇ ਬੈਠ ਜਾਣ। ਵੀਰ ਆਸਣ ਦਾ ਤਰੀਕਾ ਲਿਖਿਆ ਹੋਇਆ ਜੀ, ਸੱਜਾ ਗੋਡਾ ਜ਼ਮੀਨ ਤੇ ਧਰ ਕੇ ਸੱਜੀ ਲੱਤ ਦਾ ਭਾਰ ਪੈਰ ਤੇ ਰੱਖ ਕੇ ਬੈਠਣਾ ਹੈ, ਖੱਬਾ ਗੋਡਾ ਉੱਚਾ ਕਰਕੇ। ਖੱਬਾ ਗੋਡਾ, ਇਹ ਖੱਬਾ ਹੱਥ ਆ, ਖੱਬਾ ਗੋਡਾ ਉੱਚਾ ਰੱਖਣਾ ਆ ਇੱਦਾਂ, ਤੇ ਸੱਜੀ ਲੱਤ ਦਾ ਗੋਡਾ ਹੈ ਜਿਹੜਾ ਉਹ ਥੱਲੇ ਲਾ ਕੇ ਉਹਦਾ ਵਜ਼ਨ ਆਪਣੇ ਪੈਰ ਉੱਪਰ ਦੇ ਕੇ ਬੈਠਣਾ ਆ। ਇਹ ਵੀਰ ਆਸਣ ਬੈਠਣ ਦਾ ਇੱਕ ਤਰੀਕਾ ਆ ਵੀ ਇਸ ਵੀਰ ਆਸਣ ਦੇ ਵਿੱਚ ਬੈਠ ਕੇ ਪੰਜ ਪਿਆਰੇ ਸਾਹਿਬਾਨ ਨੇ ਪਹੁਲ ਨੂੰ ਤਿਆਰ ਕਰਨਾ ਆ। ਪਰ ਕਈ ਥਾਵਾਂ ਦੇ ਉੱਪਰ ਵੇਖਣ ਵਿੱਚ ਆਇਆ ਆ
ਜਿਹੜੇ ਪੰਜ ਪਿਆਰੇ ਸਾਹਿਬਾਨ ਹਨ ਉਹ ਸਰੀਰ ਦੀ ਖੇਦ ਕਰਕੇ ਜਾਂ ਕਿਸੇ ਹੋਰ ਕਾਰਨਾਂ ਕਰਕੇ ਕਈ ਚੌਂਕੜੀਆਂ ਮਾਰ ਕੇ ਵੀ ਬੈਠ ਜਾਂਦੇ ਆ। ਇਹ ਚੀਜ਼ਾਂ ਸਾਡੇ ਧਿਆਨ ਵਿੱਚ ਆਈਆਂ ਨੇ, ਅਸੀਂ ਵੇਖੀਆਂ ਨੇ, ਕਈ ਥਾਵਾਂ 'ਤੇ ਬੇਨਤੀਆਂ ਵੀ ਕੀਤੀਆਂ ਨੇ ਵੀ ਜੋ ਰਹਿਤ ਮਰਿਆਦਾ ਨੇ ਲਿਖਿਆ ਇਸ ਦੀ ਪਾਲਣਾ ਕੀਤੀ ਜਾਏ। ਅਦਰਵਾਈਜ਼ ਤੁਸੀਂ ਜਿਹੜੇ ਹੈਗੇ ਹੋ ਰਲ ਮਿਲ ਕੇ ਪੰਥਕ ਰੂਪ ਦੇ ਵਿੱਚ ਜਾਂ ਤੇ ਰਹਿਤ ਮਰਿਆਦਾ ਦੇ ਵਿੱਚ ਸ਼ੋਧ ਕਰਾਓ, ਨਹੀਂ ਫਿਰ ਆਪਣੇ ਤੌਰ ਦੇ ਉੱਪਰ ਇੱਦਾਂ ਮਰਿਆਦਾ ਨੂੰ ਚੇਂਜ ਕਰਨ ਦੀ ਕੋਸ਼ਿਸ਼ ਨਾ ਕਰੋ। ਸੋ ਇਹ ਵੀਰ ਆਸਣ ਹੋ ਕੇ ਪੰਜ ਪਿਆਰਿਆਂ ਦਾ ਬੈਠਣਾ ਲਾਜ਼ਮੀ ਹੈ। ਅੱਗੇ ਹੈ ੰਗਾ ਨੰਬਰ ਪੁਆਇੰਟ, ਤੇ ਇਹਨਾਂ ਬਾਣੀਆਂ ਦਾ ਪਾਠ ਕਰਨਾ। ਪੰਜ ਪਿਆਰੇ ਕਿਹੜੀਆਂ ਬਾਣੀਆਂ ਦਾ ਪਾਠ ਕਰਨ? ਨੰਬਰ 1 ਜਪ, ਜਪਜੀ ਸਾਹਿਬ ਜਿਹਨੂੰ ਆਪ ਜੀ ਕਹਿੰਦੇ ਹੋ। ਨੰਬਰ 2 ਜਾਪ। ਨੰਬਰ 3 ਸਵਈਏ, 10 ਸਵਈਏ ਸਰਾਵਗ ਸੁੱਧ ਵਾਲੇ। ਨੰਬਰ 4 ਹੈਗਾ ਜੀ ਬੇਨਤੀ ਚੌਪਈ, ਹਮਰੀ ਕਰੋ ਹਾਥ ਦਾ ਰੱਛਾ ਤੋਂ ਲੈ ਕੇ ਦੁਸ਼ਟ ਦੋਖ ਤੇ ਲਿਹੋ ਬਚਾਈ ਤੱਕ। ਤੇ ਨੰਬਰ 5 ਹੈਗਾ ਆਨੰਦ ਸਾਹਿਬ। ਆਨੰਦ ਸਾਹਿਬ ਦਾ ਪਾਠ ਕਰਕੇ ਪਹੁਲ ਨੂੰ ਸੰਪੂਰਨ ਮੰਨਿਆ ਜਾਂਦਾ ਆ। ਇਹ ਪੰਜ ਬਾਣੀਆਂ ਦਾ ਪਾਠ ਇੱਕ ਇੱਕ ਸਿੰਘ ਨੇ ਇੱਕ ਇੱਕ ਬਾਣੀ ਦਾ ਪਾਠ ਕਰਨਾ ਆ। ਫਿਰ ਚੱਚਾ ਨੰਬਰ, ਹਰ ਇੱਕ ਬਾਣੀ ਪੜ੍ਹਨ ਵਾਲਾ ਖੱਬਾ ਹੱਥ ਬਾਟੇ ਦੇ ਕੰਢੇ ਤੇ ਧਰੇ, ਸੱਜੇ ਹੱਥ ਨਾਲ ਖੰਡਾ ਜਲ ਵਿੱਚ ਫੇਰੀ ਜਾਵੇ। ਖੱਬਾ ਹੱਥ ਆ ਜਿਹੜਾ ਉਹ ਇੱਦਾਂ ਬਾਟੇ ਦੇ ਕਿਨਾਰੇ ਤੇ ਰੱਖ ਲਏ ਤੇ ਸੱਜੇ ਹੱਥ ਨਾਲ ਖੰਡਾ ਬਾਟੇ ਵਿੱਚ ਫੇਰੇ। ਸੁਰਤ ਇਕਾਗਰ ਹੋਵੇ, ਬਾਕੀ ਦਿਆਂ ਦੇ ਦੋਵੇਂ ਹੱਥ ਬਾਟੇ ਦੇ ਕੰਢੇ ਤੇ ਧਿਆਨ ਅੰਮ੍ਰਿਤ ਵੱਲ ਟਿਕੇ। ਜਿਹੜੇ ਬਾਕੀ ਦੇ 4 ਸਿੰਘ ਨੇ, ਕਿਉਂਕਿ ਇੱਕ ਬਾਣੀ ਪੜ੍ਹ ਰਿਹਾ ਉਹਦੇ ਹੱਥ 'ਚ ਖੰਡਾ ਆ, ਬਾਕੀ ਦੇ ਜੋ 4 ਸਿੱਖ ਹਨ ਉਹਨਾਂ ਦੇ ਦੋਵੇਂ ਹੱਥ ਬਾਟੇ ਨੂੰ ਲੱਗੇ ਹੋਏ ਹੋਣੇ ਚਾਹੀਦੇ ਆ ਤੇ ਧਿਆਨ ਉਹਨਾਂ ਦਾ ਪਹੁਲ ਦੇ ਵਿੱਚ ਟਿਕਿਆ ਹੋਵੇ। ਤੇ ਫਿਰ ਅੱਗੇ ਹੈ ਜੀ ਛੱਛਾ। ਪਾਠ ਹੋਣ ਮਗਰੋਂ ਪਿਆਰਿਆਂ ਵਿੱਚੋਂ ਕੋਈ ਇੱਕ ਅਰਦਾਸ ਕਰੇ। ਜਦੋਂ ਪਾਠ ਸੰਪੂਰਨ ਹੋ ਗਿਆ ਪੰਜਾਂ ਬਾਣੀਆਂ ਦਾ, ਫਿਰ ਪੰਜ ਪਿਆਰਿਆਂ ਵਿੱਚੋਂ ਕੋਈ ਇੱਕ ਸਿੰਘ ਸੰਪੂਰਨਤਾਈ ਦੀ ਅਰਦਾਸ ਕਰ ਦੇਵੇ। ਫਿਰ ਜੱਜਾ ਪੁਆਇੰਟ, ਜਿਸ ਅਭਿਲਾਖੀ ਨੇ ਅੰਮ੍ਰਿਤ ਦੀ ਤਿਆਰੀ ਵੇਲੇ ਸਾਰੇ ਸੰਸਕਾਰ ਵਿੱਚ ਹਿੱਸਾ ਲਿਆ ਹੈ, ਉਹੀ ਅੰਮ੍ਰਿਤ ਛਕਣ ਵਿੱਚ ਸ਼ਾਮਿਲ ਹੋ ਸਕਦਾ ਹੈ। ਜਿਸ ਅਭਿਲਾਖੀ ਨੇ ਸਾਰੀ ਤਿਆਰੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਤਿਆਰੀ ਵਿੱਚ ਹਿੱਸਾ ਲਿਆ, ਜਿਹਨੇ, ਉਹੀ ਅੰਮ੍ਰਿਤ ਛਕਣ ਦਾ ਅਧਿਕਾਰੀ ਹੋ ਸਕਦਾ ਆ। ਅਧਵਾਟੇ ਆਉਣ ਵਾਲਾ ਨਹੀਂ ਹੋ ਸਕਦਾ। ਪਹਿਲੀ ਗੱਲ ਤੇ ਅਧਵਾਟੇ ਆਉਣਾ ਹੀ ਨਹੀਂ ਚਾਹੀਦਾ। ਦੂਜੀ ਗੱਲ, ਜੇ ਕੋਈ ਆ ਵੀ ਗਿਆ ਆ ਤੇ ਰਹਿਤ ਮਰਿਆਦਾ ਕਹਿੰਦੀ ਹੈ, ਫਿਰ ਉਹ ਅੰਮ੍ਰਿਤ ਛਕਣ ਦਾ ਅਧਿਕਾਰੀ ਨਹੀਂ ਹੋ ਸਕਦਾ, ਕਿਉਂਕਿ ਉਦੋਂ ਤੱਕ ਕਾਫੀ ਕੁਝ ਰਹਿਤ ਮਰਿਆਦਾ ਦਾ ਸੰਗਤ ਨੂੰ ਦੱਸਿਆ ਜਾ ਚੁੱਕਿਆ ਹੁੰਦਾ ਜਿਸ ਨੂੰ ਉਹ ਮਿਸ ਕਰ ਚੁੱਕਿਆ ਹੈ। ਅੱਗੇ ਹੈ ਜੀ ਝੱਜਾ ਨੰਬਰ ਪੁਆਇੰਟ। ਹੁਣ ਸ਼੍ਰੀ ਕਲਗੀਧਰ ਦਸਮੇਸ਼ ਪਿਤਾ ਦਾ ਧਿਆਨ ਧਰ ਕੇ ਹਰ ਇੱਕ ਅੰਮ੍ਰਿਤ ਛਕਣ ਵਾਲੇ ਨੂੰ ਵੀਰ ਆਸਣ ਕਰਾ ਕੇ ਉਸ ਦੇ ਖੱਬੇ ਹੱਥ ਉੱਪਰ ਸੱਜਾ ਹੱਥ ਰਖਾ ਕੇ 5 ਚੁੱਲੇ ਅੰਮ੍ਰਿਤ ਦੇ ਛਕਾਏ ਜਾਣ ਤੇ ਹਰ ਚੁੱਲੇ ਨਾਲ ਇਹ ਕਿਹਾ ਜਾਵੇ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਅਰਦਾਸ ਹੋ ਗਈ ਅੰਮ੍ਰਿਤ ਦੀ, ਹੈ ਨਾ, ਤੇ ਉਸ ਤੋਂ ਬਾਅਦ 'ਚ ਛਕਾਉਣਾ ਸ਼ੁਰੂ ਕਰ ਦਿੱਤਾ ਜਾਏ ਸੰਗਤ ਨੂੰ। ਇੱਕ ਇੱਕ ਕਰਕੇ ਮਾਈਆਂ ਭਾਈਆਂ ਵਿੱਚੋਂ ਗੁਰਮੁਖ ਆਉਣ ਲੱਗ ਜਾਣ ਤੇ ਜੋ ਵੀ ਆਵੇ ਖੱਬਾ ਹੱਥ ਇਹਦੇ ਉੱਪਰ ਸੱਜਾ ਰੱਖ ਕੇ ਇੱਦਾਂ ਚੂਲੀ ਬਣਾ ਕੇ ਤੇ ਉਹ ਚੂਲੀ 'ਚ ਅੰਮ੍ਰਿਤ ਪਾ ਕੇ ਤੇ ਫਿਰ ਛਕਾਇਆ ਜਾਵੇ ਤੇ ਹਰ ਇੱਕ ਚੂਲੇ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਵੇਂ ਪਾਸਿਆਂ ਤੋਂ ਬੁਲਾਈ ਜਾਵੇ। ਤੇ ਅੱਗੇ ਹੈ ਜੀ ਛਕਣ ਵਾਲਾ ਛਕ ਕੇ ਕਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਛਕਣ ਵਾਲਾ ਛਕਣ ਤੋਂ ਉਪਰੰਤ ਫਤਿਹ ਬੁਲਾਵੇ। ਫਿਰ 5 ਛੱਟੇ ਅੰਮ੍ਰਿਤ ਦੇ ਨੇਤਰਾਂ ਉੱਪਰ ਲਾਏ ਜਾਣ। 5 ਛੱਟੇ ਅੰਮ੍ਰਿਤ ਦੇ ਨੇਤਰਾਂ ਉੱਪਰ ਲਾਏ ਜਾਣ ਤੇ ਫਿਰ 5 ਛੱਟੇ ਕੇਸਾਂ 'ਚ ਪਾਏ ਜਾਣ ਤੇ ਇੱਦਾਂ ਹੀ 5 ਕੇਸਾਂ 'ਚ ਪਾ ਦਿੱਤੇ ਜਾਣ। ਹਰ ਇੱਕ ਛੱਟੇ ਨਾਲ ਛਕਣ ਵਾਲਾ ਤੇ ਛਕਾਉਣ ਵਾਲੇ ਦੇ ਪਿੱਛੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਜਾਈ ਜਾਵੇ। ਜਦੋਂ ਅੱਖਾਂ 'ਚ ਛੱਟੇ ਲੱਗ ਰਹੇ ਆ ਉਦੋਂ ਵੀ, ਜਦੋਂ ਕੇਸਾਂ ਨੂੰ ਲੱਗ ਰਿਹਾ ਉਦੋਂ ਵੀ ਲਾਉਣ ਵਾਲੇ ਦੇ ਨਾਲ ਨਾਲ ਜੋ ਅੰਮ੍ਰਿਤ ਅਭਿਲਾਖੀ ਹੈ ਉਹ ਫਤਿਹ ਬੁਲਾਈ ਜਾਵੇ। ਜੋ ਅੰਮ੍ਰਿਤ ਬਾਕੀ ਰਹੇ ਉਸ ਨੂੰ ਸਾਰੇ ਅੰਮ੍ਰਿਤ ਛਕਣ ਵਾਲੇ ਸਿੱਖ ਤੇ ਸਿੱਖਣੀਆਂ ਰਲ ਕੇ ਛਕਣ। ਛਕਾਉਣ ਤੋਂ ਉਪਰੰਤ ਜੋ ਥੋੜ੍ਹਾ ਬਹੁਤ ਅੰਮ੍ਰਿਤ ਬਾਟੇ ਵਿੱਚ ਬਚਿਆ ਹੋਇਆ ਉਸ ਨੂੰ ਸਾਰੇ ਸੰਗਤ ਜੋ ਅੰਮ੍ਰਿਤ ਅਭਿਲਾਖੀ ਨੇ ਛਕ ਕੇ ਹਟੇ ਨੇ ਉਹ ਫਿਰ ਰਲ ਕੇ ਛਕ ਲੈਣ ਉਸ ਨੂੰ। ਅੱਗੇ ਹੈ ਜੀ ਨਿਆਂ। ਉਪਰੰਤ 5 ਪਿਆਰੇ ਰਲ ਕੇ ਇੱਕ ਆਵਾਜ਼ ਨਾਲ ਛਕਣ ਵਾਲਿਆਂ ਨੂੰ ਵਾਹਿਗੁਰੂ ਦਾ ਨਾਮ ਦੱਸ ਕੇ ਮੂਲ ਮੰਤਰ ਸੁਣਾਉਣ ਤੇ ਉਹਨਾਂ ਪਾਸੋਂ ਇਸ ਦਾ ਰਟਨ ਕਰਾਉਣ। ਉਪਰੰਤ ਜਦੋਂ ਹੁਣ ਛਕਾ ਹਟੇ ਫਿਰ 5 ਪਿਆਰੇ ਇੱਕ ਆਵਾਜ਼ ਹੋ ਕੇ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਗੁਰਮੰਤਰ ਦਾ ਰਟਨ ਕਰਾਉਣ ਵੀ ਭਾਈ ਗੁਰਮੰਤਰ ਹੈ ਵਾਹਿਗੁਰੂ, ਤੇ ਫਿਰ ਮੂਲ ਮੰਤਰ ਦਾ ਰਟਨ ਕਰਾਇਆ ਜਾਵੇ। ਮੂਲ ਮੰਤਰ ਮੈਂ ਤੁਹਾਨੂੰ ਇੱਥੇ ਦਿਖਾ ਦਿਆਂ ਜੀ, ਰਹਿਤ ਮਰਿਆਦਾ ਪੰਨਾ ਨੰਬਰ 29 ਆ ਇੱਥੇ ਨਾ ਬਣਾ ਕੇ ਬਲੌਕ, ਇਹਦੇ ਵਿੱਚ ਮੂਲ ਮੰਤਰ ਲਿਖਿਆ ਹੋਇਆ ਹੈ। ਮੂਲ ਮੰਤਰ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਥੇ ਮੂਲ ਮੰਤਰ ਗੁਰਪ੍ਰਸਾਦ ਤੱਕ ਆ
ਕਈ ਵੀਰ ਨਾਨਕ ਹੋਸੀ ਭੀ ਸੱਚ ਤੱਕ ਵੀ ਕਹਿੰਦੇ ਹਨ, ਪਰ ਰਹਿਤ ਮਰਿਆਦਾ ਮੂਲ ਮੰਤਰ ਗੁਰਪ੍ਰਸਾਦ ਤੱਕ ਮੰਨਦੀ ਹੈ। ਅੱਗੇ ਹੈ ਜੀ ਟੈਂਕਾ ਨੰਬਰ ਪੁਆਇੰਟ, ਪੰਜ ਪਿਆਰੇ ਆਪ ਵੀ ਜਪਣ ਤੇ ਸੰਗਤ ਤੋਂ ਵੀ ਜਪਾਉਣ। ਟੈਂਕਾ ਨੰਬਰ ਪੁਆਇੰਟ, ਫਿਰ ਪੰਜ ਪਿਆਰਿਆਂ ਵਿੱਚੋਂ ਕੋਈ ਇੱਕ ਸੱਜਣ ਰਹਿਤ ਦੱਸੇ। ਪੰਜ ਪਿਆਰਿਆਂ ਵਿੱਚੋਂ ਕੋਈ ਇੱਕ ਸੱਜਣ ਰਹਿਤ ਦੱਸੇ। ਅੱਜ ਤੋਂ ਤੁਸੀਂ ਸਤਿਗੁਰ ਕੈ ਜਨਮੇ ਗਬਨ ਮਿਟਾਇਆ ਹੈ। ਭਾਈ, ਅੱਜ ਤੋਂ ਤੁਹਾਡਾ ਜਨਮ ਸਤਿਗੁਰੂ ਦੇ ਘਰ ਦਾ ਆ। ਪਿਛਲਾ ਜਨਮ ਤੁਸੀਂ ਆਪਣਾ ਹੁਣ ਭੁੱਲ ਜਾਵੋ। ਤੁਸੀਂ ਕੌਣ ਸੀ, ਕੌਣ ਨਹੀਂ ਸੀ, ਕਿੱਥੇ ਜਾਂਦੇ ਸੀ, ਕਿਹਨੂੰ ਮੰਨਦੇ ਸੀ, ਕਿਹਦੀ ਪੂਜਾ ਕਰਦੇ ਸੀ, ਕੀ ਤੁਹਾਡੇ ਵਿਸ਼ਵਾਸ ਸਨ, ਮਨ ਦੀ ਤੁਹਾਡੀ ਕਿਵੇਂ ਦੀ ਸੋਚਣੀ ਸੀ, ਉਹ ਸਭ ਭੁਲਾ ਦਿਓ। ਹੁਣ ਤੁਸੀਂ ਸਤਿਗੁਰੂ ਦੇ ਸਿੱਖ ਬਣ ਗਏ ਹੋ ਤੇ ਹੁਣ ਤੋਂ ਤੁਹਾਡੀ ਸੋਚਣੀ ਕਿਵੇਂ ਦੀ ਹੋਣੀ ਚਾਹੀਦੀ ਹੈ, ਹੁਣ ਤੋਂ ਤੁਹਾਡਾ ਨਜ਼ਰੀਆ ਕਿਵੇਂ ਦਾ ਹੋਣਾ ਚਾਹੀਦਾ ਆ, ਹੁਣ ਤੋਂ ਤੁਸੀਂ ਦੁਨੀਆ ਨੂੰ ਕਿਸ ਦ੍ਰਿਸ਼ਟੀ ਨਾਲ ਵੇਖਣਾ ਆ, ਉਹ ਤਬਦੀਲੀ ਜਿਹੜੀ ਹੈ ਉਹ ਦੱਸੀ ਜਾਵੇ। ਅਤੇ ਖਾਲਸਾ ਪੰਥ ਵਿੱਚ ਸ਼ਾਮਿਲ ਹੋਏ ਹੋ। ਤੁਸੀਂ ਖਾਲਸਾ ਪੰਥ ਵਿੱਚ ਸ਼ਾਮਿਲ ਹੋਏ ਹੋ, ਪੰਥ ਪਰਿਵਾਰ ਦਾ ਹਿੱਸਾ ਬਣੇ ਹੋ। ਤੁਹਾਡਾ ਧਾਰਮਿਕ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧਾਰਮਿਕ ਮਾਤਾ ਸਾਹਿਬ ਕੌਰ ਜੀ ਹਨ। ਸਾਂਝੇ ਰੂਪ ਦੇ ਵਿੱਚ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਹਨ, ਮਾਤਾ ਸਾਹਿਬ ਕੌਰ ਜੀ ਹਨ, ਸਾਰਿਆਂ ਦੇ ਹੀ, ਇਸ ਲਈ ਸਾਰੇ ਬਰਾਬਰ ਹੋਣ। ਜਨਮ ਆਪ ਦਾ ਕੇਸਗੜ੍ਹ ਸਾਹਿਬ ਦਾ ਤੇ ਵਾਸੀ ਆਨੰਦਪੁਰ ਦੇ ਹੋ। ਜਨਮ ਆਪ ਦਾ ਕੇਸਗੜ੍ਹ ਸਾਹਿਬ ਦਾ ਆ ਤੇ ਵਾਸੀ ਤੁਸੀਂ ਸਾਰੇ ਆਪਣੇ ਆਪ ਨੂੰ ਆਨੰਦਪੁਰ ਦੇ ਮੰਨਣਾ ਹੈ। ਆਨੰਦਪੁਰ ਦੇ ਵਾਸੀ ਮੰਨਣ ਤੋਂ ਭਾਵ ਇਹ ਨਹੀਂ ਵੀ ਤੁਸੀਂ ਆਨੰਦਪੁਰ ਸ਼ਹਿਰ ਦੇ ਵਿੱਚ ਜਾ ਕੇ ਰਹਿਣ ਲਈ ਜ਼ਿੱਦ ਫੜ ਲਵੋ, ਨਹੀਂ। ਮਨ ਦੇ ਪੱਧਰ ਦੇ ਉੱਪਰ ਤੁਸੀਂ ਆਨੰਦਪੁਰ ਦੇ ਵਾਸੀ ਹੋਣਾ ਆ, ਜਿਸ ਨੂੰ ਗੁਰਬਾਣੀ ਨੇ ਆਖਿਆ ਹੈ ਬੇਗਮਪੁਰਾ ਸ਼ਹਿਰ ਕੋ ਨਾਉ। ਉਸ ਅਵਸਥਾ ਦਾ ਮਨ ਨੇ ਵਸਿੰਦਾ ਬਣਨਾ ਆ। ਇੱਕ ਜਗ੍ਹਾ ਦੇ ਵਾਸੀ, ਇੱਕ ਥਾਂ ਦਾ ਜਨਮ, ਮਾਤਾ ਪਿਤਾ ਦਾ ਨਾਮ ਇੱਕੋ ਹੀ ਤੇ ਆਪਣਾ ਅੰਤਲਾ ਨਾਮ ਵੀ ਇੱਕੋ ਹੀ, ਸਿੰਘ ਤੇ ਕੌਰ। ਫਿਰ ਸਾਰੇ ਕੀ ਹੋਏ ਜੀ? ਬਰਾਬਰ। ਜਿਹੜੇ ਵਖਰੇਵੇਂ ਸਨ ਉਹ ਮਿਟ ਚੁੱਕੇ ਹਨ। ਅੱਗੇ ਲਿਖਿਆ ਹੈ, ਤੁਸੀਂ ਇੱਕ ਪਿਤਾ ਦੇ ਪੁੱਤਰ ਹੋਣ ਕਰਕੇ ਆਪਸ ਵਿੱਚ ਤੇ ਹੋਰ ਸਾਰੇ ਅੰਮ੍ਰਿਤਧਾਰੀਆਂ ਦੇ ਧਾਰਮਿਕ ਭਰਾਤਾ ਹੋ। ਕਿਉਂਕਿ ਤੁਸੀਂ ਇੱਕ ਪਿਤਾ ਦੇ ਪੁੱਤਰ ਹੋ, ਇਸ ਲਈ ਤੁਸੀਂ ਆਪਸ ਵਿੱਚ ਵੀ ਤੇ ਬਾਕੀ ਜਿੰਨਾ ਵੀ ਪੰਥ ਅੰਮ੍ਰਿਤਧਾਰੀ ਹੈ ਸਾਰੇ ਹੀ ਤੁਸੀਂ ਆਪਸ ਵਿੱਚ ਭਰਾਤਾ ਹੋ। ਤੁਸੀਂ ਪਿਛਲੀ ਕੁੱਲ ਕਿਰਤ ਕਰਮ ਧਰਮ ਦਾ ਤਿਆਗ ਕਰਕੇ, ਅਰਥਾਤ ਪਿਛਲੀ ਜਾਤ ਪਾਤ ਜਨਮ ਦੇਸ ਮਜ਼ਹਬ ਆਦਿ ਦਾ ਖਿਆਲ ਤੱਕ ਛੱਡ ਕੇ ਨਿਰੋਲ ਖਾਲਸਾ ਬਣ ਗਏ ਹੋ। ਪਹਿਲਾਂ ਤੁਹਾਡੇ ਵਿਸ਼ਵਾਸ ਕੀ ਸੀ, ਪਹਿਲਾਂ ਤੁਹਾਡੀ ਜ਼ਾਤ ਕੀ ਸੀ, ਪਹਿਲਾਂ ਤੁਹਾਡਾ ਜਨਮ ਕਿੱਥੋਂ ਦਾ ਸੀ, ਉਹ ਸਾਰਾ ਤੁਸੀਂ ਭੁਲਾ ਕੇ, ਇਹ ਨਹੀਂ ਵੀ ਬਰਥ ਸਰਟੀਫਿਕੇਟ ਪਾੜ ਕੇ ਸੁੱਟ ਦਿਓ, ਨਹੀਂ। ਉਹ ਭੁਲਾ ਕੇ ਪਹਿਲਾਂ ਵਾਲੇ ਗੁਰੂ ਪੀਰ ਉਹਨਾਂ ਨੂੰ ਛੱਡ ਕੇ, ਪਹਿਲਾਂ ਵਾਲੀ ਰਹਿਤ ਅਤੇ ਵਿਸ਼ਵਾਸਾਂ ਨੂੰ ਛੱਡ ਕੇ ਹੁਣ ਤੁਸੀਂ ਖਾਲਸਾ ਹੋ ਚੁੱਕੇ ਹੋ। ਹੁਣ ਤੁਸੀਂ ਗੁਰੂ ਦੇ ਸਿੱਖ ਬਣ ਚੁੱਕੇ ਹੋ। ਇਸ ਲਈ ਇਹ ਸਿੱਖੀ ਨੂੰ ਤੁਸੀਂ ਧਾਰਨ ਰੱਖਣਾ ਆ, ਕਰਕੇ ਰੱਖਣਾ ਆ ਤੇ ਸਾਰੇ ਗੁਰਸਿੱਖਾਂ ਨੇ ਆਪਸ ਵਿੱਚ ਭਰਾਵਾਂ ਵਾਲਾ ਪਿਆਰ ਬਣਾ ਕੇ ਰੱਖਣਾ, ਇੱਕ ਦੂਜੇ ਪ੍ਰਤੀ ਨਫ਼ਰਤ ਨਹੀਂ ਬਣਾ ਕੇ ਰੱਖਣੀ। ਜਿਵੇਂ ਅੱਜ ਕੱਲ੍ਹ ਸੰਪਰਦਾਵਾਂ ਦੇ ਵਿੱਚ ਇੱਕ ਦੂਸਰੇ ਦੇ ਪ੍ਰਤੀ ਨਫ਼ਰਤ ਬਣੀ ਹੋਈ ਹੈ। ਇੱਕ ਜਣਾ ਦੂਸਰੇ ਨੂੰ ਆਪਣੇ ਭਰਾ ਦੀ ਥਾਂ ਤੇ ਆਪਣੇ ਵੈਰੀ ਦੇ ਵਾਂਗ ਵੇਖਦਾ ਆ। ਇੱਕ ਦੂਸਰੇ ਦੇ ਉੱਪਰ ਜਿਹੋ ਜਿਹੇ ਕਮੈਂਟ ਕੱਸੇ ਜਾਂਦੇ ਆ, ਜਿਹੋ ਜਿਹੀ ਸ਼ਬਦਾਵਲੀ ਵਰਤੀ ਜਾਂਦੀ ਹੈ, ਸ਼ਾਇਦ ਦੁਸ਼ਮਣ ਵੀ ਇੱਕ ਦੂਜੇ ਪ੍ਰਤੀ ਨਾ ਵਰਤਦੇ ਹੋਣ। ਇਵੇਂ ਦਾ ਵਰਤਾਰਾ ਅੱਜ ਦੇ ਸਮੇਂ ਕਈ ਥਾਵਾਂ ਤੇ ਵੇਖਣ ਵਿੱਚ ਆਉਂਦਾ। ਸੋ ਭਾਈ, ਅੰਮ੍ਰਿਤ ਛਕਣ ਵਾਲਿਆਂ ਨੂੰ ਥੋੜ੍ਹੀ ਬਹੁਤ ਸਮਝ ਲੈਣੀ ਚਾਹੀਦੀ ਆ। ਜਿਹੜੀ ਇਹ ਰਹਿਤ ਦੱਸੀ ਗਈ ਹੈ ਨਾ, ਇਸ ਰਹਿਤ ਨੂੰ ਧਾਰਨ ਕਰਨਾ ਚਾਹੀਦਾ ਹੈ। ਤੇ ਅੱਗੇ ਲਿਖਿਆ ਹੈ ਜੀ, ਨਿਰੋਲ ਖਾਲਸਾ ਬਣੇ ਹੋ। ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਅਵਤਾਰ ਪੀਰ ਪੈਗੰਬਰ ਦੀ ਉਪਾਸਨਾ ਨਹੀਂ ਕਰਨੀ। ਇੱਕ ਅਕਾਲ ਪੁਰਖ ਤੋਂ ਛੁੱਟ, ਇੱਕ ਰੱਬ ਨੂੰ ਛੱਡ ਕੇ, ਅਕਾਲ ਪੁਰਖ ਜੋ ਸਰਬ ਵਿਆਪਕ ਹੈ ਉਸ ਨੂੰ ਛੱਡ ਕੇ ਕਿਸੇ ਦੇਵੀ ਦੇਵਤੇ ਅਵਤਾਰ ਪੈਗੰਬਰ ਦੀ ਉਪਾਸਨਾ ਨਹੀਂ ਕਰਨੀ। ਪਹਿਲਾਂ ਤੁਸੀਂ ਕਿਹਨੂੰ ਮੰਨਦੇ ਸੀ, ਹੁਣ ਉਸ ਨੂੰ ਛੱਡ ਦਿਓ। ਹੁਣ ਇਹ ਨਹੀਂ ਵੀ ਅੰਮ੍ਰਿਤ ਛਕਣ ਤੋਂ ਪਿੱਛੋਂ ਮੁੜ ਤੋਂ ਤੁਸੀਂ ਉੱਥੇ ਹੀ ਚੌਂਕੀਆਂ ਭਰੀ ਜਾਂਦੇ ਹੋ, ਨਾ, ਉਹ ਹੁਣ ਛੱਡ ਦਿਓ। ਭਾਈ ਲਹਿਣਾ ਜੀ ਜਦੋਂ ਗੁਰੂ ਨਾਨਕ ਦੇ ਸਿੱਖ ਬਣ ਗਏ ਸਨ, ਤਾਂ ਸਿੱਖ ਬਣਨ ਤੋਂ ਪਹਿਲਾਂ ਉਹ ਕਿੱਥੇ ਜਾਂਦੇ ਸਨ, ਕੀ ਪੂਜਾ ਕਰਦੇ ਸਨ, ਉਸ ਤੋਂ ਬਾਅਦ ਵਿੱਚ ਸਿੱਖ ਬਣਨ ਤੋਂ ਬਾਅਦ ਵਿੱਚ ਉਹਨਾਂ ਨੇ ਸਭ ਛੱਡ ਦਿੱਤਾ। ਗੁਰੂ ਨਾਨਕ ਤੋਂ ਸਿੱਖੀ ਲੈਣ ਤੋਂ ਪਿੱਛੋਂ ਜੇ ਭਾਈ ਲਹਿਣਾ ਜੀ ਕਿਸੇ ਹੋਰ ਥਾਂ ਤੇ ਗਏ ਹੁਣ, ਫਿਰ ਤੁਸੀਂ ਦੱਸ ਸਕਦੇ ਹੋ। ਜਿਹੜੇ ਅੱਜ ਵੀ ਅੰਮ੍ਰਿਤ ਛਕਣ ਤੋਂ ਬਾਅਦ 'ਚ ਹੋਰਨਾਂ ਥਾਵਾਂ ਤੇ ਚੌਂਕੀਆਂ ਭਰਦੇ ਆ, ਜਿਹੜੇ ਹੋਰਨਾਂ ਕਰਮਾਂ ਨੂੰ ਕਰਦੇ ਆ, ਉਹਨਾਂ ਨੂੰ ਮਾੜਾ ਮੋਟਾ ਇਹ ਸਮਝਣਾ ਚਾਹੀਦਾ ਹੈ। ਸੋ ਇਹ ਦੱਸਿਆ ਗਿਆ ਹੈ, ਦਸੋਂ ਗੁਰੂ ਸਾਹਿਬਾਨ ਨੂੰ ਤੇ ਉਹਨਾਂ ਦੀ ਬਾਣੀ ਨੂੰ ਬਿਨਾਂ ਕਿਸੇ ਬਾਣੀ ਤੋਂ ਬਿਨਾਂ ਕਿਸੇ ਹੋਰ ਨੂੰ ਆਪਣਾ ਮੁਕਤੀ ਦਾਤਾ ਨਹੀਂ ਮੰਨਣਾ। ਦਸਾਂ ਗੁਰੂ ਸਾਹਿਬਾਨ, ਉਹਨਾਂ ਦੇ ਉਪਦੇਸ਼, ਉਹਨਾਂ ਦੀ ਬਾਣੀ ਤੋਂ ਬਿਨਾਂ ਕਿਸੇ ਹੋਰ ਨੂੰ ਆਪਣਾ ਮੁਕਤੀ ਦਾਤਾ ਨਹੀਂ ਮੰਨਣਾ। ਸਿੱਖ ਨੂੰ ਜੇ ਮੁਕਤੀ ਮਿਲਣੀ ਆ
ਤਾਂ ਗੁਰਬਾਣੀ ਪੜ੍ਹ ਕੇ ਜੋ ਸਮਝ ਆਉਣੀ ਹੈ ਨਾ, ਉਹੀ ਮੁਕਤੀ ਮਿਲਦੀ ਹੈ ਇਸ ਨੂੰ। ਗੁਰਬਾਣੀ ਦਾ ਪਾਠ ਕਰਕੇ ਉਪਦੇਸ਼ ਜੋ ਗੁਰਬਾਣੀ ਵਿੱਚੋਂ ਪ੍ਰਾਪਤ ਹੁੰਦਾ ਸਿੱਖ ਲਈ, ਉਹ ਮੁਕਤੀ ਹੈ। ਇਸ ਤੋਂ ਬਿਨਾਂ ਸਿੱਖ ਨੇ ਮੁਕਤੀ ਵਾਸਤੇ ਅੱਡ ਅੱਡ ਥਾਵਾਂ 'ਤੇ ਨਹੀਂ ਭਟਕਦੇ ਫਿਰਨਾ। ਕਾਫੀ ਲੰਮੀ ਚੌੜੀ ਗੱਲਬਾਤ ਮੁਕਤੀ ਦੀ ਆਪਾਂ ਮ੍ਰਿਤਕ ਸੰਸਕਾਰ ਦੇ ਹਿੱਸੇ ਵਿੱਚ ਸਾਂਝੀ ਕਰਕੇ ਆਏ ਹਾਂ। ਉੱਥੇ ਜਾ ਕੇ ਤੁਸੀਂ ਦੁਬਾਰਾ ਉਹਨੂੰ ਸੁਣ ਸਕਦੇ ਹੋ। ਤੁਸੀਂ ਗੁਰਮੁਖੀ ਜਾਣਦੇ ਹੋ, ਜੇ ਨਹੀਂ ਜਾਣਦੇ ਤਾਂ ਸਿੱਖ ਲਓ, ਇਹ ਉਪਦੇਸ਼ ਕੀਤਾ ਜਾਏ। ਅਤੇ ਹਰ ਰੋਜ਼ ਘੱਟ ਤੋਂ ਘੱਟ ਇਹਨਾਂ ਬਾਣੀਆਂ ਦਾ ਪਾਠ ਕਰਨਾ ਜਾਂ ਸੁਣਨਾ। ਤੁਸੀਂ ਗੁਰਮੁਖੀ ਜਾਣਦੇ ਹੋ, ਜੇ ਤਾਂ ਜਾਣਦੇ ਹੋ ਤਾਂ ਠੀਕ, ਜੇ ਨਹੀਂ ਜਾਣਦੇ ਤਾਂ ਸਿੱਖ ਲਓ। ਅਤੇ ਸਿੱਖ ਕੇ ਘੱਟ ਤੋਂ ਘੱਟ ਹਰ ਰੋਜ਼ ਇਹਨਾਂ ਬਾਣੀਆਂ ਦਾ, ਘੱਟ ਤੋਂ ਘੱਟ ਆ ਇੱਥੇ, ਇਹ ਨਹੀਂ ਵੀ ਇਨਫ ਬਸ ਆਹੀ ਬਹੁਤ ਨੇ, ਨਹੀਂ, ਘੱਟ ਤੋਂ ਘੱਟ ਇਹਨਾਂ ਬਾਣੀਆਂ ਦਾ ਪਾਠ ਰੋਜ਼ ਕਰਨਾ ਜਾਂ ਸੁਣਨਾ। ਕਿਹੜੀਆਂ ਬਾਣੀਆਂ ਜੀ? ਜਪ, ਜਾਪ, ਸਵਈਏ, ਸਰਾਵਕ ਸੁੱਧ ਵਾਲੇ, ਇਹ ਸਵੇਰ ਵੇਲੇ, ਸ਼ਾਮ ਨੂੰ ਸੋਦਰ ਰਹਿਰਾਸ ਤੇ ਸੋਹਿਲਾ। ਇਹ 5 ਬਾਣੀਆਂ ਨੇ, ਘੱਟੋ ਘੱਟ ਇਹਨਾਂ ਦਾ ਪਾਠ ਰੋਜ਼ ਕਰਨਾ ਹੈ। ਅਗਲੀ ਗੱਲ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਜਾਂ ਸੁਣਨਾ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਜਾਂ ਤੁਸੀਂ ਕਰਨਾ ਹੈ ਜਾਂ ਤੁਸੀਂ ਸੁਣਨਾ ਹੈ। 5 ਕੱਕਿਆਂ, ਕੇਸ, ਕਿਰਪਾਨ, ਕਛਹਿਰਾ, ਕੰਘਾ, ਕੜਾ ਨੂੰ ਹਰ ਵੇਲੇ ਅੰਗ ਸੰਗ ਰੱਖਣਾ ਹੈ। 5 ਜਿਹੜੇ ਕੱਕੇ ਹਨ, ਕੇਸ ਤਾਂ ਸਾਡੇ ਹੈ ਨਹੀਂ ਹਨ, ਅਤੇ ਕੰਘਾ ਜੋ ਅਸੀਂ ਵਾਲਾਂ ਦੀ ਸਫਾਈ ਵਾਸਤੇ ਰੱਖਣਾ ਹੈ, ਲੱਕੜ ਦਾ ਕੰਘਾ। ਅਤੇ ਕਿਰਪਾਨ, ਕਿਰਪਾਨ ਜੋ ਗਾਤਰੇ ਵਾਲੀ ਹੈ, ਇਹਦੀ ਲੰਬਾਈ ਦੀ ਕੋਈ ਸੀਮਾ ਨਹੀਂ ਹੈ ਵੀ ਤੁਸੀਂ ਕਿੰਨੇ ਇੰਚ ਦੀ, ਕਿੰਨੇ ਫੁੱਟ ਦੀ ਕਿਰਪਾਨ ਧਾਰਨ ਕਰਨੀ ਹੈ। ਆਪਣੀ ਕਿਰਤ ਦੇ ਹਿਸਾਬ ਨਾਲ ਜਿਹੋ ਜਿਹੀ ਕਿਰਪਾਨ ਤੁਸੀਂ ਪਹਿਨ ਸਕਦੇ ਹੋ ਗਾਤਰੇ ਵਾਲੀ, ਕਿਉਂਕਿ ਕੋਈ ਮੈਡੀਕਲ ਖੇਤਰ 'ਚ ਕੰਮ ਕਰਦਾ ਹੈ ਨਾ, ਕੋਈ ਵੈਟਨਰੀ ਡਾਕਟਰ ਜਾਂ ਕੋਈ ਇੰਜੀਨੀਅਰ ਜਾਂ ਕੋਈ ਪੁਲਿਸ ਡਿਪਾਰਟਮੈਂਟ ਵਿੱਚ, ਜਾਂ ਕੋਈ ਆਰਮੀ ਦੇ ਵਿੱਚ, ਜਾਂ ਕੋਈ ਕਿਸੇ ਥਾਂ 'ਤੇ ਆ, ਕੋਈ ਕੰਮ ਕਰਨ ਵਾਲਾ, ਕੋਈ ਲੇਬਰ ਮਜ਼ਦੂਰ ਆ, ਹੈ ਨਾ, ਤਾਂ ਹਰ ਇੱਕ ਦੇ ਕੰਮਕਾਰ ਵੱਖੋ ਵੱਖਰੇ ਨੇ। ਤਾਂ ਜਿਹੋ ਜਿਹੀ ਤੁਸੀਂ ਮਹਿਸੂਸ ਕਰਦੇ ਹੋ ਵੀ ਕਿਰਪਾਨ ਦੀ ਸੰਭਾਲ ਕਰ ਸਕਦੇ ਹੋ, ਉੱਦਾਂ ਦੀ ਕਿਰਪਾਨ ਤੁਸੀਂ ਗਾਤਰੇ ਵਾਲੀ, ਸਾਈਜ਼ ਦੀ ਕੋਈ ਸੀਮਾ ਨਹੀਂ ਹੈ, ਪਹਿਨਣੀ ਹੈ। ਕਛਹਿਰਾ ਤੁਸੀਂ ਪਹਿਨ ਕੇ ਰੱਖਣਾ ਆ। ਕਛਹਿਰਾ ਕਿਸੇ ਵੀ ਕੱਪੜੇ ਦਾ ਹੋ ਸਕਦਾ, ਇੱਥੇ ਇਹਨਾਂ ਨੇ ਦਿੱਤਾ ਪਰ ਗੋਡਿਆਂ ਤੋਂ ਨੀਵਾਂ ਨਾ ਹੋਵੇ। ਕਿਸੇ ਵੀ ਕੱਪੜੇ ਦਾ ਹੋ ਸਕਦਾ ਪਰ ਗੋਡਿਆਂ ਤੋਂ ਨੀਵਾਂ ਉਸ ਦੀ ਲੰਬਾਈ ਤੁਸੀਂ ਨਾ ਰੱਖੋ, ਇਹ ਲਿਖਿਆ ਹੋਇਆ ਜੀ ਇੱਥੇ। ਅਤੇ ਕੜਾ ਹੈ ਜੀ, ਕੜਾ ਸਰਬਲੋ ਦਾ ਹੋਣਾ ਚਾਹੀਦਾ, ਕਿਸੇ ਹੋਰ ਧਾਤ ਦਾ ਨਹੀਂ ਹੋਣਾ ਚਾਹੀਦਾ। ਸਰਬਲੋ ਦੀ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ। ਅੱਗੇ ਹੈ ਜੀ, ਇਹ 4 ਕੁਰੈਤਾਂ ਨਹੀਂ ਕਰਨੀਆਂ। 4 ਬੱਜਰ ਕੁਰੈਤਾਂ ਨੇ ਜਿਹੜੀਆਂ ਨਹੀਂ ਕਰਨੀਆਂ। ਪਹਿਲੀ ਗੱਲ, ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਕੇਸ ਜੋ ਸਰੀਰ ਦੇ ਹਨ ਸਾਡੇ, ਹੈ ਨਾ, ਸਿਰ ਤੋਂ ਪੈਰਾਂ ਤੱਕ, ਕੇਸਾਂ ਦੀ ਬੇਅਦਬੀ। ਇੱਥੇ ਕੇਸ ਦਾ ਮਤਲਬ ਇਹ ਨਹੀਂ ਲਿਆ ਗਿਆ ਸਿਰਫ ਸਿਰ ਦੇ ਕੇਸ, ਵੀ ਆ ਜਿਹੜੀਆਂ ਅੱਖਾਂ ਦੇ ਉੱਪਰ ਉੱਗੇ ਆ ਇਹਨਾਂ ਦੀ ਗੱਲ ਨਹੀਂ ਹੋਈ, ਨਹੀਂ, ਕੇਸ ਦਾ ਮਤਲਬ ਕੇਸ, ਠੀਕ ਹੈ ਜੀ। ਕਈ ਕਹਿ ਦਿੰਦੇ ਆ ਨਹੀਂ ਜੀ ਇਕੱਲੇ ਸਿਰ ਦੇ ਕੇਸਾਂ ਨੂੰ ਕਿਹਾ ਗਿਆ, ਬਾਕੀ ਹਿੱਸਿਆਂ ਬਾਰੇ ਨਹੀਂ ਲਿਖਿਆ ਗਿਆ, ਨਹੀਂ, ਕੇਸ ਦਾ ਮਤਲਬ ਕੇਸ। ਸੋ ਕੇਸਾਂ ਦੀ ਬੇਅਦਬੀ ਨਹੀਂ ਕਰਨੀ ਬੱਜਰ ਕੁਰੈਤਾਂ ਦੇ ਵਿੱਚ, ਪਹਿਲੀ ਗੱਲ। ਦੂਜੀ ਗੱਲ, ਕੁੱਠਾ ਨਹੀਂ ਖਾਣਾ। ਕੁੱਠਾ ਜਿਹੜਾ ਹੈ ਉਹ ਖਾਣਾ ਨਹੀਂ। ਕੁੱਠੇ ਦਾ ਅਰਥ ਇੱਥੇ ਕੀਤਾ ਹੈ ਜੀ, ਕੁੱਠੇ ਤੋਂ ਭਾਵ ਉਹ ਮਾਸ ਜੋ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਹੋਵੇ। ਮੁਸਲਮਾਨ ਹਲਾਲ ਕਰਦੇ ਨਾ ਜਾਨਵਰ ਨੂੰ ਜਦੋਂ ਮਾਰਦੇ ਆ, ਤਾਂ ਕੁੱਠਾ ਖਾਣਾ ਇਹ ਕੁਰੈਤ ਮੰਨੀ ਗਈ ਹੈ। ਮਾਸ ਖਾਣਾ ਨਹੀਂ, ਕੁੱਠਾ ਖਾਣਾ, ਇਹ ਰਹਿਤ ਮਰਿਆਦਾ 'ਚ ਲਿਖਿਆ ਹੋਇਆ ਜੀ। ਜੇ ਤੁਹਾਡੇ ਕੋਲ ਰਹਿਤ ਮਰਿਆਦਾ ਹੈ ਤਾਂ 30 ਨੰਬਰ ਪੰਨੇ ਦੇ ਉੱਪਰ ਤੁਸੀਂ ਇਹ ਪੜ੍ਹ ਸਕਦੇ ਹੋ। ਕੁੱਠਾ ਨਹੀਂ ਖਾਣਾ। ਅਤੇ ਕੁੱਠਾ ਜੋ ਇਸਲਾਮ ਤਰੀਕੇ ਨਾਲ ਤਿਆਰ ਕੀਤਾ ਹੋਇਆ ਮਾਸ ਹੈਗਾ ਉਹ ਨਹੀਂ ਖਾਣਾ। ਇਸ ਤੋਂ ਬਿਨਾਂ ਜੋ ਝਟਕਾ ਆ ਜਾਂ ਜੋ ਹੋਰ ਹਿੰਦੂ ਭਰਾ ਤਿਆਰ ਕਰਦੇ ਆ, ਉਹਦੇ ਬਾਰੇ ਕੋਈ ਇੱਥੇ ਲਿਖਤ ਜਿਹੜੀ ਹੈ ਉਹ ਨਹੀਂ ਲਿਖੀ ਗਈ, ਕੇਵਲ ਕੁੱਠੇ ਦੀ ਪਾਬੰਦੀ ਕੀਤੀ ਗਈ ਹੈ। ਕਈ ਵੀਰਾਂ ਦਾ ਕਈ ਵਾਰੀ ਮਾਸ ਨੂੰ ਲੈ ਕੇ ਸਵਾਲ ਵੀ ਹੁੰਦਾ ਵੀ ਖਾਣਾ ਕਿ ਨਹੀਂ ਖਾਣਾ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਇਹ ਰਹਿਤ ਮਰਿਆਦਾ ਪੜ੍ਹ ਲਓ। ਜੇ ਇੱਥੇ ਤਸੱਲੀ ਨਾ ਹੋਵੇ ਤਾਂ ਗੁਰੂ ਨਾਨਕ ਸਾਹਿਬ ਦਾ ਇੱਕ ਸਲੋਕ ਆ, ਮਾਸ ਮਾਸ ਕਰ ਮੂਰਖ ਝਗੜਾ, ਗਿਆਨ ਧਿਆਨ ਨਹੀਂ ਜਾਣਾ, ਉਹ ਪੜ੍ਹ ਲਿਓ ਸਲੋਕ, ਉਸ ਦੀ ਵਿਆਖਿਆ ਸਮਝ ਲਿਓ, ਗੱਲ ਬਿਲਕੁਲ ਸਪਸ਼ਟ ਤੁਹਾਨੂੰ ਹੋ ਜਾਏਗੀ। ਸੋ ਤੀਜਾ ਪੁਆਇੰਟ ਹੈਗਾ ਜੀ, ਕੁਰੈਤਾਂ ਦੇ ਵਿੱਚੋਂ ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਮਨ ਭੋਗਣਾ। ਵਿਆਹੇ ਹੋਏ ਹੋ ਤਾਂ ਤੁਸੀਂ ਆਪਣੀ ਔਰਤ ਨੂੰ ਛੱਡ ਕੇ, ਤੇ ਔਰਤ ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਦਾ ਸੰਗ ਨਾ ਕਰੇ। ਜੇ ਕੁਆਰੇ ਹੋ ਫਿਰ ਤੇ ਕਰਨਾ ਹੀ ਕੋਈ ਨਹੀਂ, ਅਤੇ ਇਹ ਨਹੀਂ ਕਰਨਾ, ਇਹ ਕਰਨ ਵਾਲਾ ਵੀ ਕੁਰੈਤੀਆ ਹੈ। ਨੰਬਰ 4 ਹੈਗਾ ਜੀ, ਤੰਬਾਕੂ ਦਾ ਸੇਵਨ ਕਰਨਾ। ਤੰਬਾਕੂ ਦਾ ਸੇਵਨ ਕਰਨਾ ਵੀ ਕੁਰੈਤੀਆ ਹੋਣਾ ਆ। ਹੁਣ ਕਈ ਕਹਿ ਦਿੰਦੇ ਆ ਜੀ ਵੀ ਤੰਬਾਕੂ 'ਤੇ ਪਾਬੰਦੀ ਲਾਈ ਗਈ ਹੈ,
ਤੰਬਾਕੂ ਤੇ ਲਾਈਏ, ਸ਼ਰਾਬ ਤੇ ਥੋੜੀ ਲਾਈਏ। ਸ਼ਰਾਬ ਤਾਂ ਗੁਰਬਾਣੀ 'ਚ ਸਪਸ਼ਟ ਲਿਖਿਆ, ਝੂਠਾ ਮਦ ਮੂਲ ਨਾ ਪੀਚੇ, ਸਿੱਧਾ ਕਿਹਾ ਹੋਇਆ ਹੈ ਨਾ। ਤਾਂ ਉਹ ਵੀ ਕੋਈ ਹੋਰ ਨਸ਼ਾ ਜੀ, ਤੰਬਾਕੂ ਇਸ ਲਈ ਲਿਖਿਆ ਹੋਇਆ ਹੈ ਕਿਉਂਕਿ ਤੰਬਾਕੂ ਸਭ ਤੋਂ ਸਸਤਾ ਨਸ਼ਾ ਆ, ਤੇ ਭਾਰਤ ਵਿੱਚ ਇਹ ਬਹੁਤ ਸਸਤਾ ਅਵੇਲੇਬਲ ਆ, ਹਰ ਥਾਂ ਦੇ ਉੱਪਰ ਬੜਾ ਸਸਤਾ ਹੈ ਤੇ ਹਰ ਥਾਂ ਤੇ ਅਵੇਲੇਬਲ ਆ। ਇਸ ਲਈ ਸਭ ਤੋਂ ਸਸਤਾ ਤੇ ਜਿਹੜਾ ਈਜ਼ੀਲੀ ਅਵੇਲੇਬਲ ਆ, ਉਸ ਨਸ਼ੇ ਦੀ ਗੱਲ ਕਰਕੇ ਆਖਿਆ ਗਿਆ ਵੀ ਇਹ ਨਹੀਂ ਵਰਤਣਾ। ਇਹਦਾ ਭਾਵ ਅਰਥ ਇਹ ਆ ਬਈ ਜਿਹੜਾ ਮਹਿੰਗੇ ਤੋਂ ਮਹਿੰਗਾ ਆ, ਤੁਸੀਂ ਉਹ ਵੀ ਨਹੀਂ ਵਰਤਣਾ। ਅੱਛਾ ਜੀ, ਫਿਰ ਸਸਤਾ, ਜਿਹੜਾ ਸਸਤੇ ਤੋਂ ਸਸਤਾ ਆ ਉਹ ਵੀ ਨਹੀਂ ਵਰਤਣਾ। ਤੰਬਾਕੂ ਤੋਂ ਭਾਵ ਨਸ਼ਾ ਨਹੀਂ ਕਰਨਾ। ਸੋ ਇਹ 4 ਕੁਰੈਤਾਂ ਤੁਸੀਂ ਨਹੀਂ ਕਰਨੀਆਂ। ਅੱਗੇ ਇਹਨਾਂ ਵਿੱਚੋਂ ਕੋਈ ਕੁਰੈਤ ਹੋ ਜਾਵੇ ਤਾਂ ਮੁੜ ਕੇ ਅੰਮ੍ਰਿਤ ਛਕਣਾ ਪੈ ਜਾਏ। ਜੇ ਇਹਨਾਂ ਵਿੱਚੋਂ ਕੋਈ ਕੁਰੈਤ ਹੋ ਜਾਏ ਤਾਂ ਮੁੜ ਕੇ ਅੰਮ੍ਰਿਤ ਛਕਣਾ ਪੈਣਾ। ਭਾਈ ਆਪਣੀ ਇੱਛਾ ਵਿਰੁੱਧ ਅਣਭੋਲ ਹੀ ਕੋਈ ਕੁਰੈਤ ਹੋ ਜਾਵੇ ਤਾਂ ਕੋਈ ਦੰਡ ਨਹੀਂ, ਪਰ ਆਪਣੀ ਇੱਛਾ ਦੇ ਵਿਰੁੱਧ ਅਣਭੋਲ ਹੋਈ ਕੋਈ ਕੁਰੈਤ ਹੋ ਜਾਵੇ, ਅਣਭੋਲ ਹੀ ਕੋਈ ਕੁਰੈਤ ਹੋ ਜਾਵੇ, ਉਸ ਦਾ ਕੋਈ ਦੰਡ ਨਹੀਂ, ਉਹਦੇ ਲਈ ਦੰਡ ਨਹੀਂ ਹੈਗਾ। ਮਤਲਬ ਤੁਹਾਡੀ ਇੱਛਾ ਨਹੀਂ ਸੀ ਕੇਸ ਕਟਾਉਣ ਦੀ, ਐਕਸੀਡੈਂਟ ਹੋ ਗਿਆ, ਹਾਦਸਾ ਇੱਦਾਂ ਦਾ ਵਾਪਰ ਗਿਆ, ਸਿਰ 'ਤੇ ਸੱਟ ਲੱਗ ਗਈ ਤੇ ਡਾਕਟਰਾਂ ਨੇ ਆਪਰੇਟ ਕਰਨਾ, ਸੁਰਤ ਤੁਹਾਨੂੰ ਹੈ ਕੋਈ ਨਹੀਂ, ਤੁਸੀਂ ਬੇਸੁਰਤ ਪਏ ਆ, ਡਾਕਟਰਾਂ ਨੇ ਆਪਣੀ ਜਿਹੜਾ ਉਹਨਾਂ ਦਾ ਸੀ ਕੰਮ ਉਹਨਾਂ ਨੇ ਕਰ ਦਿੱਤਾ, ਆਪਰੇਸ਼ਨ ਕਰ ਦਿੱਤਾ, ਤੇ ਹੁਣ ਉਹਨਾਂ ਨੇ ਜਿਹੜੀ ਕੈਂਚੀ ਚਲਾਈ ਆ ਤੁਹਾਡੇ ਸਿਰ 'ਚ ਕੇਸਾਂ 'ਤੇ, ਉਹ ਤੁਹਾਡੀ ਇੱਛਾ ਦੇ ਮੁਤਾਬਕ ਤੇ ਨਹੀਂ ਨਾ ਚਲਾਈ, ਤੁਸੀਂ ਤਾਂ ਉਸ ਵੇਲੇ ਬੇਸੁਰਤ ਪਏ ਸੋ, ਤੁਹਾਡੀ ਜਾਨ ਬਚਾਉਣ ਲਈ ਉਹਨਾਂ ਨੇ ਆਪਰੇਟ ਕੀਤਾ ਆ, ਤਾਂ ਉੱਥੇ ਦੰਡ ਨਹੀਂ ਕੋਈ। ਇਹ ਚੇਤਾ ਰੱਖਣਾ ਹੈ, ਇਹ ਸਮਝ ਲੈਣਾ ਆ। ਕਈਆਂ ਥਾਵਾਂ 'ਤੇ ਕੀ ਹੁੰਦਾ, ਮੈਂ ਬੇਨਤੀ ਕਰਾਂ, ਇੱਕ ਆਮ ਤੌਰ 'ਤੇ ਔਰਤਾਂ ਜਦੋਂ ਬੱਚੇ ਨੂੰ ਜਨਮ ਦਿੰਦੀਆਂ ਤਾਂ ਉੱਥੇ ਵੀ ਕਈ ਅੰਮ੍ਰਿਤਧਾਰੀ ਮਾਈਆਂ ਭੈਣਾਂ ਦੇ ਮਨ 'ਚ ਇਹ ਖਿਆਲ ਹੁੰਦਾ ਹੈ ਵੀ ਸ਼ਾਇਦ ਕੋਈ ਕੁਰੈਤ ਹੋ ਗਈ ਆ ਤੇ ਸਾਨੂੰ ਮੁੜ ਤੋਂ ਜਿਹੜਾ ਹੈ ਅੰਮ੍ਰਿਤ ਛਕਣਾ ਪਏਗਾ। ਨਹੀਂ ਭਾਈ, ਉਹ ਤੁਹਾਡੀ ਇੱਛਾ ਦੇ ਵਿਰੁੱਧ, ਤੁਸੀਂ ਤੇ ਨਹੀਂ ਸੀ ਨਾ ਚਾਹੁੰਦੇ ਵੀ ਤੁਹਾਡਾ ਆਪਰੇਟ ਹੋਵੇ ਜਾਂ ਤੁਹਾਡੇ ਰੋਮਾਂ ਨੂੰ ਕੈਂਚੀ ਲੱਗੇ, ਹੈ ਨਾ, ਉਹ ਤੁਹਾਡੀ ਇੱਛਾ ਦੇ ਵਿਰੁੱਧ, ਉਹ ਤੇ ਕੁਦਰਤੀ ਇੱਕ ਨੈਚੁਰਲ ਪ੍ਰੋਸੈਸ ਆ, ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਆ। ਤਾਂ ਉਹ ਉੱਥੇ ਇੱਛਾ ਦੇ ਵਿਰੁੱਧ ਜਦੋਂ ਕੋਈ ਅਣਭੋਲ ਹੋ ਜਾਂਦੀ ਹੈ ਕੁਰੈਤ, ਉਹਦੇ ਲਈ ਕੋਈ ਦੰਡ ਨਹੀਂ ਹੈਗਾ। ਅੱਗੇ ਹੈ ਜੀ ਸਿਰ ਗੁੰਮ ਨੜੀ ਮਾਰ। ਸਿਰ ਗੁੰਮ ਦਾ ਅਰਥ ਜੋ ਕੇਸਾਧਾਰੀ ਹੋ ਕੇ ਕੇਸ ਕਟਾ ਲਵੇ। ਨੜੀ ਮਾਰ ਤੋਂ ਭਾਵ ਨਸ਼ੇ ਦਾ ਸੇਵਨ ਕਰਨ ਵਾਲਾ। ਜੋ ਸਿੱਖ ਹੋ ਕੇ ਇਹ ਕੰਮ ਕਰਦਾ ਹੈ ਉਸ ਦਾ ਸੰਗ ਨਹੀਂ ਕਰਨਾ। ਸਿਰ ਗੁੰਮ ਦਾ ਤੇ ਨੜੀ ਮਾਰ ਦਾ ਸੰਗ ਨਹੀਂ ਕਰਨਾ। ਪੰਥ ਸੇਵਾ ਅਤੇ ਗੁਰਦੁਆਰਿਆਂ ਦੀ ਟਹਿਲ ਵਿੱਚ ਤਤਪਰ ਰਹਿਣਾ ਹੈ। ਆਪਣੀ ਕਮਾਈ ਵਿੱਚੋਂ ਗੁਰੂ ਕਾ ਦਸਵੰਧ ਦੇਣਾ ਆਦਿ ਸਾਰੇ ਗੁਰਮਤਿ ਵਾਲੇ ਕੰਮ ਕਰਨੇ ਹਨ। ਹੁਣ ਇੱਥੇ ਹੈਗਾ ਜੀ ਬਈ ਨੜੀ ਮਾਰ ਨਾਲ ਨਹੀਂ ਵਰਤਣਾ, ਪੰਥ ਸੇਵਾ ਅਤੇ ਗੁਰਦੁਆਰਿਆਂ ਦੀ ਟਹਿਲ ਵਿੱਚ ਤਤਪਰ ਰਹਿਣਾ ਆ। ਪੰਥ ਦੀ ਸੇਵਾ, ਪੰਥ ਦੀ ਚੜ੍ਹਦੀ ਕਲਾ ਲਈ ਤੇ ਗੁਰਦੁਆਰਿਆਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣਾ ਹੈ। ਆਪਣੀ ਕਮਾਈ ਵਿੱਚੋਂ ਗੁਰੂ ਕਾ ਦਸਵੰਧ ਦੇਣਾ ਹੈ ਅਤੇ ਗੁਰਮਤਿ ਅਨੁਸਾਰ ਸਾਰੇ ਕੰਮ ਕਰਨੇ ਹਨ। ਗੁਰਮਤਿ ਜਿਹੜੀ ਆਪਾਂ ਸਮਝ ਕੇ ਆਏ ਆ, ਇਸ ਤੋਂ ਬਾਹਰ ਜਾ ਕੇ ਗੁਰਮਤਿ ਕੀ ਹੈ ਆਪਾਂ ਉਹ ਟੌਪਿਕ ਸਮਝਿਆ ਸੀ ਨਾ, ਤਾਂ ਉਹ ਆਪ ਜੀ ਨੇ ਜਾ ਕੇ ਦੁਬਾਰਾ ਸੁਣ ਲੈਣਾ ਜੇ ਕੋਈ ਗੱਲ ਮਿਸ ਹੋਈ ਹੈ। ਗੁਰਮਤਿ ਤੋਂ ਵਿਰੁੱਧ ਜਾ ਕੇ ਪਰੇ ਹੋ ਕੇ ਕੋਈ ਕਰਮ ਨਹੀਂ ਕਰਨਾ। ਅਗਲੀ ਗੱਲ, ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਜਥੇਬੰਦੀ ਵਿੱਚ ਇੱਕ ਸੂਤ ਪਰੋਏ ਰਹਿਣਾ ਹੈ। ਖਾਲਸਾ ਧਰਮ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਸਿੱਖ ਜਥੇਬੰਦੀ ਦਾ ਹਿੱਸਾ ਬਣ ਕੇ ਰਹਿਣਾ ਹੈ। ਰਹਿਤ ਵਿੱਚ ਕੋਈ ਭੁੱਲ ਹੋ ਜਾਵੇ ਤਾਂ ਖਾਲਸੇ ਦੇ ਦੀਵਾਨ ਵਿੱਚ ਹਾਜ਼ਰ ਹੋ ਕੇ ਬੇਨਤੀ ਕਰਕੇ ਤਨਖਾਹ ਬਖਸ਼ਾਉਣੀ। ਅੱਗੇ ਲਈ ਸਾਵਧਾਨ ਰਹਿਣਾ। ਕਦੀ ਰਹਿਤ ਵਿੱਚ ਕੋਈ ਭੁੱਲ ਹੋ ਜਾਵੇ ਤਾਂ ਖਾਲਸਾ ਪੰਥ ਦੇ ਤੁਸੀਂ ਸਨਮੁਖ ਪੇਸ਼ ਹੋਵੋ। ਪੰਜ ਪਿਆਰੇ ਸਾਹਿਬਾਨ ਦੇ ਉਹਨਾਂ ਨੂੰ ਬੇਨਤੀ ਕਰ ਦਿਓ, ਜੀ ਮੇਰੇ ਤੋਂ ਆ ਭੁੱਲ ਹੋਈ ਹੈ, ਅਣਭੁੱਲ ਹੋ ਗਈ ਹੈ, ਤੇ ਉਹ ਜੋ ਵੀ ਤੁਹਾਨੂੰ ਸੇਵਾ ਲਾਉਣ ਉਹ ਸਵੀਕਾਰ ਕਰੋ ਤੇ ਅਰਦਾਸ ਕਰਾ ਲਓ। ਤੇ ਦੱਸਦੇ ਹਨ ਵੀ ਅੱਗੇ ਲਈ ਸਾਵਧਾਨ ਰਹਿਣਾ, ਅੱਗੇ ਲਈ ਸਾਵਧਾਨ ਰਹਿਣਾ ਆ। 6 ਨੰਬਰ, ਤਨਖਾਹੀਏ ਇਹ ਹਨ। ਤਨਖਾਹੀਏ ਕੌਣ ਹਨ? ਮੀਣੇ। ਮੀਣਿਆਂ ਦਾ ਅਰਥ ਇਹਨਾਂ ਨੇ ਦਿੱਤਾ ਹੈ ਜੀ, ਇਹਨਾਂ ਵਿੱਚੋਂ ਜਿਹੜੇ ਅੰਮ੍ਰਿਤ ਛਕ ਕੇ ਪੰਥ ਵਿੱਚ ਮਿਲ ਜਾਣ ਉਹਨਾਂ ਨਾਲ ਵਰਤਣਾ ਠੀਕ ਹੈ। ਮੀਣੇ, ਮੀਣੇ ਅਸਲ ਵਿੱਚ ਪ੍ਰਿਥੀ ਚੰਦ ਤੋਂ ਚੱਲੇ ਸਨ। ਤੁਸੀਂ ਜਾਣਦੇ ਹੋ ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਜੀ ਦਾ ਵਿਰੋਧੀ ਸੀ ਤੇ ਉਸ ਨੂੰ ਮੀਣਾ ਆਖਿਆ ਗਿਆ ਸੀ। ਅੱਗੇ ਉਹਨੂੰ ਮੰਨਣ ਵਾਲੇ ਆ ਜਿਹੜੇ ਪੰਥ ਦੇ ਵਿਰੋਧੀ ਨੇ, ਉਹ ਮੀਣੇ ਨੇ। ਤੇ ਇਹਨਾਂ ਵਿੱਚੋਂ ਅੰਮ੍ਰਿਤ ਛਕ ਕੇ ਜੋ ਪੰਥ ਦਾ ਹਿੱਸਾ ਬਣ ਗਏ ਉਹ ਤੇ ਠੀਕ, ਬਾਕੀ ਮੀਣੇ ਉਹ ਕੁਰੈਤੀ ਨੇ, ਉਹਨਾਂ ਦਾ ਸੰਗ ਨਹੀਂ ਕਰਨਾ। ਮਸੰਦ, ਜਿਨ੍ਹਾਂ ਨੂੰ ਪੰਥ ਵਿੱਚੋਂ ਛੇਕਿਆ ਗਿਆ, ਮਸੰਦਾਂ ਬਾਰੇ ਤੁਸੀਂ ਸਾਰੇ ਜਾਣਦੇ ਹੋ।
ਧੀਰ ਮੱਲੀਏ, ਧੀਰ ਮੱਲ ਜਿਹਨੇ 9ਵੇਂ ਪਾਤਸ਼ਾਹ ਤੇ ਗੋਲੀ ਚਲਾਈ ਸੀ ਤੇ ਜੋ ਮੰਨਿਆ ਜਾਂਦਾ ਵੀ ਬੀੜ ਖੋਹ ਕੇ ਲੈ ਗਿਆ ਸੀ ਗੁਰੂ ਗ੍ਰੰਥ ਸਾਹਿਬ ਦੀ। ਰਾਮ ਰਾਈਏ, ਰਾਮ ਰਾਏ ਬਾਰੇ ਜਾਣਦੇ ਹੋ, ਗੁਰਬਾਣੀ ਦੀ ਤੁਕ ਬਦਲ ਦਿੱਤੀ ਸੀ ਉਸਨੇ। ਆਦਿਕ ਪੰਥ ਵਿਰੋਧੀਆਂ ਨਾਲ ਜਾਂ ਨੜੀ ਮਾਰ, ਕੁੜੀ ਮਾਰ, ਸਿਰ ਗੁੰਮ ਨਾਲ ਵਰਤਣ ਵਾਲਾ ਤਨਖਾਹੀਆ ਹੋ ਜਾਂਦਾ ਹੈ। ਇਹਨਾਂ ਨਾਲ ਵਰਤਣ ਵਾਲਾ ਤਨਖਾਹੀਆ ਹੋ ਜਾਂਦਾ ਹੈ। ਨੰਬਰ 2, ਬੇਅਮਰਤੀਆ ਜਾਂ ਪਤਿਤ ਦਾ ਜੂਠਾ ਖਾਣ ਵਾਲਾ। ਕਿਸੇ ਨੇ ਬੇਅਮਰਤੀਏ ਦਾ ਜਾਂ ਪਤਿਤ ਦਾ ਜੂਠਾ ਖਾ ਲਿਆ, ਉਹ ਵੀ ਤਨਖਾਹੀਆ।